ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਕੋਵਿਡ-19 ਦੇ ਟੀਕੇ ਲਾਜ਼ਮੀ ਹੋਣ ਦੀ ਹਦਾਇਤ ਦੇ ਉੱਤੇ ਕੀਤਾ ਜਾ ਰਿਹਾ ਹੈ ਵਿਚਾਰ। ਦੱਸਾਂਗੇ ਸਿਹਤ ਅਧਿਕਾਰੀ ਨੇ ਕੀ ਕੁਝ ਕਿਹਾ। ਟਰੈਵਲ ਸੰਬੰਧੀ ਨਵੀਆਂ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਨੇ, ਉਸ ਦੇ ਬਾਰੇ ਯਾਤਰੀਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ। ਭਾਰਤੀ ਮੂਲ ਦੇ ਵਿਵੇਕ ਸ਼ਰਮਾ ਨਾਮਕ ਵਿਅਕਤੀ ਨੂੰ ਕਈ ਅਹੁਦਿਆਂ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਉਸ ਸਮੇਂ ਅਸਤੀਫਾ ਦੇਣਾ ਪਿਆ ਜਦੋਂ ਉਹਨਾਂ ਨੇ ਇੱਕ ਕਾਨਫਰੰਸ ਦੌਰਾਨ ਔਰਤਾਂ ਦੇ ਲਈ ਇਤਰਾਜ਼ਯੋਗ ਬਿਆਨ ਦੇ ਦਿੱਤਾ। ਦੱਸਾਂਗੇ ਕੀ ਸੀ ਬਿਆਨ ਤੇ ਕੀ ਉੱਠੇ ਨੇ ਸਵਾਲ। ਐਲਬਰਟਾ ਵਿੱਚ ਨਸ਼ੇ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਨੇ ਤੋੜੇ ਪਿਛਲੇ ਸਾਰੇ ਰਿਕਾਰਡ। ਰਾਜਧਾਨੀ ਓਟਵਾ ਵਿੱਚ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਹੋਏ ਉਹ ਹੁਣ ਕਦੋਂ ਕੰਮ ਦੇ ਉੱਤੇ ਵਾਪਸ ਆ ਸਕਣਗੇ, ਇਸ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਐਡਮੰਟਨ ਵਿੱਚ ਇੱਕ ਭੰਗ ਦੇ ਸਟੋਰ ਦੇ ਉੱਤੇ ਹੋਈ ਲੁੱਟ ਦਾ ਮਾਮਲਾ, ਦੱਸਾਂਗੇ ਕੀ ਹੈ ਇਸ ਦੇ ਉੱਤੇ ਅਪਡੇਟ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਵਿੱਚ ਚੀਫ ਪਬਲਿਕ ਹੈਲਥ ਆਫਿਸਰ ਥੈਰੇਸਾ ਟੈਮ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਵਿਚਾਰ ਕਰ ਰਹੇ ਨੇ ਉਹਨਾਂ ਹਦਾਇਤਾਂ ਦੇ ਉੱਤੇ ਜੋ ਕੋਵਿਡ-19 ਦੇ ਟੀਕੇ ਨੂੰ ਹਜੇ ਵੀ ਫੈਡਰਲ ਸਰਕਾਰ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਲਾਜ਼ਮੀ ਰੱਖਿਆ ਜਾ ਰਿਹਾ ਹੈ, ਕਿਉਂਕਿ ਜੋ ਵੱਖਰੇ ਸੂਬੇ ਨੇ ਉਹ ਹੁਣ ਤੱਕ ਕੋਵਿਡ-19 ਦੇ ਟੀਕੇ ਲਾਜ਼ਮੀ ਕੀਤੇ ਜਾਣ ਦੀ ਹਦਾਇਤ ਨੂੰ ਹਟਾ ਰਹੇ ਨੇ, ਜਿਸ ਸੰਬੰਧੀ ਅੱਗੇ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਗਿਆ ਹੈ ਤੇ ਕਈ ਸੂਬਿਆਂ ਵਿੱਚ ਪਹਿਲਾਂ ਤੋਂ ਇਹ ਹਦਾਇਤ ਹਟਾ ਦਿੱਤੀ ਗਈ ਹੈ। ਪਰ ਜੋ ਫੈਡਰਲ ਸਰਕਾਰ ਦੇ ਅਧੀਨ ਵਿਭਾਗ ਆਉਂਦੇ ਨੇ ਤੇ ਅਦਾਰੇ ਆਉਂਦੇ ਨੇ ਉਹਨਾਂ ਥਾਵਾਂ ਦੇ ਉੱਤੇ ਇਸ ਹਦਾਇਤ ਨੂੰ ਨਹੀਂ ਹਟਾਇਆ ਗਿਆ ਤੇ ਇਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਦੇ ਉੱਤੇ ਕੋਈ ਫੈਸਲਾ ਲਿਆ ਜਾਵੇਗਾ। ਇਸ ਸੰਬੰਧੀ ਥੈਰੇਸਾ ਟੈਮ ਦੇ ਵੱਲੋਂ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਚੀਫ ਪਬਲਿਕ ਹੈਲਥ ਆਫਿਸਰ ਨੇ ਇੱਥੇ ਇਹ ਵੀ ਕਿਹਾ ਕਿ ਓਮਿਕਰੋਨ ਵੇਰੀਐਂਟ ਦੇ ਕਰਕੇ ਜੋ ਹਾਲਾਤ ਬਣ ਗਏ ਸਨ, ਇੱਕਦਮ ਹਾਲਾਤ ਬਦਲ ਗਏ ਸੀ ਕਿਉਂਕਿ ਹਦਾਇਤਾਂ ਪਹਿਲਾਂ ਹਟਾਉਣ ਜਾ ਰਹੇ ਸੀ ਉਹ ਤੇ ਵੱਖਰੀਆਂ ਥਾਵਾਂ ਦੇ ਉੱਤੇ ਹਦਾਇਤਾਂ ਹਟਾਈਆਂ ਜਾ ਰਹੀਆਂ ਸੀ, ਪਰ ਫਿਰ ਤੋਂ ਜੋ ਮਾਮਲੇ ਇੱਕ ਗਿਣਤੀ ਦੇ ਵਿੱਚ ਜ਼ਿਆਦਾ ਸਾਹਮਣੇ ਆਉਣ ਲੱਗੇ ਜਿਸ ਤੋਂ ਬਾਅਦ ਹਦਾਇਤਾਂ ਨੂੰ ਮੁੜ ਤੋਂ ਲਾਗੂ ਕਰਨਾ ਪਿਆ। ਤਾਂ ਕੁਝ ਇਸੇ ਤਰ੍ਹਾਂ ਕੋਵਿਡ-19 ਦੇ ਕਰਕੇ ਹੁਣ ਦੁਬਾਰਾ ਤੋਂ ਮਾਮਲੇ ਜ਼ਿਆਦਾ ਸਾਹਮਣੇ ਨਾ ਆਉਣ ਤੇ ਇਸ ਸੰਬੰਧੀ ਜੋ ਕਦਮ ਚੁੱਕੇ ਜਾ ਰਹੇ ਨੇ ਉਸੇ ਦਰਮਿਆਨ ਇਹ ਹਦਾਇਤਾਂ ਨੇ ਤੇ ਬਣਦੀਆਂ ਹਦਾਇਤਾਂ ਸਮੇਂ-ਸਮੇਂ ਦੇ ਉੱਤੇ ਹਟਾਈਆਂ ਵੀ ਜਾ ਰਹੀਆਂ ਨੇ। ਜਿਵੇਂ ਕਿ ਹੁਣ ਟਰੈਵਲ ਸੰਬੰਧੀ ਜੋ ਐਲਾਨ ਕੀਤਾ ਗਿਆ 1 ਅਪ੍ਰੈਲ ਤੋਂ ਕੈਨੇਡਾ ਦੇ ਵਾਸਤੇ ਜਿਨ੍ਹਾਂ ਨੇ ਵੀ ਟਰੈਵਲ ਕਰਨਾ ਹੈ ਉਹਨਾਂ ਦੇ ਵਾਸਤੇ ਤਬਦੀਲੀਆਂ ਲਾਗੂ ਹੋ ਰਹੀਆਂ ਨੇ, ਜੋ ਕਿ ਨਾ ਸਿਰਫ ਜੋ ਹਵਾਈ ਸਫ਼ਰ ਕਰ ਰਹੇ ਨੇ ਸਗੋਂ ਜੇਕਰ ਸਮੁੰਦਰੀ ਰਾਹ ਦੇ ਰਾਹੀਂ ਕੋਈ ਕੈਨੇਡਾ ਆ ਰਿਹਾ ਹੈ ਜਾਂ ਫਿਰ ਲੈਂਡ ਬਾਰਡਰ ਦੇ ਰਾਹੀਂ ਆ ਰਿਹਾ ਹੈ, ਸਾਰਿਆਂ ਦੇ ਵਾਸਤੇ 1 ਅਪ੍ਰੈਲ ਤੋਂ ਹਦਾਇਤਾਂ ਵੱਖਰੀਆਂ ਹੋਣਗੀਆਂ ਜਿਸ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ। ਇਸ ਦੇ ਵਿੱਚ ਇਹ ਹੋਵੇਗਾ ਕਿ ਜੋ ਯਾਤਰੀ ਨੇ ਜਦੋਂ ਕੈਨੇਡਾ ਵਿੱਚ ਆਉਣਗੇ ਤਾਂ ਜਿਵੇਂ ਕਿ ਕੈਨੇਡਾ ਵਿੱਚ ਆਉਣ ਤੋਂ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਹੁਣ ਤੱਕ ਲਾਜ਼ਮੀ ਹੈ ਕਿ ਨੈਗੇਟਿਵ ਰਿਪੋਰਟ ਦੇਖੀ ਜਾਂਦੀ ਹੈ ਤਾਂ ਹੀ ਉਹਨਾਂ ਨੂੰ ਕੈਨੇਡਾ ਵਿੱਚ ਐਂਟਰੀ ਦਿੱਤੀ ਜਾਂਦੀ ਹੈ। ਪਰ 1 ਅਪ੍ਰੈਲ ਤੋਂ ਅਜਿਹਾ ਹੋਵੇਗਾ ਕਿ ਉਹਨਾਂ ਨੂੰ ਪਹਿਲਾਂ ਟੈਸਟ ਨਹੀਂ ਕਰਵਾਉਣਾ ਪਵੇਗਾ, ਸਗੋਂ ਜਦੋਂ ਕੈਨੇਡਾ ਵਿੱਚ ਪਹੁੰਚ ਜਾਣਗੇ ਤਾਂ ਹੋ ਸਕਦਾ ਹੈ ਕਿਸੇ ਯਾਤਰੀ ਨੂੰ ਉੱਥੇ ਜੋ ਇਮੀਗ੍ਰੇਸ਼ਨ ਆਫਿਸਰ ਹੈ ਜਾਂ ਜਿਹੜੇ ਵੀ ਉੱਥੇ ਮੈਡੀਕਲ ਆਫਿਸਰ ਹੋਣਗੇ ਜਦੋਂ ਬਾਰਡਰ ਦੇ ਉੱਤੇ ਹੁੰਦੇ ਨੇ ਉਹ ਚੋਣ ਕਰਦੇ ਨੇ ਤੇ ਟੈਸਟ ਕਰਵਾਉਣ ਦੇ ਲਈ ਕਹਿੰਦੇ ਨੇ ਤਾਂ ਟੈਸਟ ਕਰਵਾਉਣਾ ਪੈ ਸਕਦਾ ਹੈ। ਨਹੀਂ, ਇਸ ਟੈਸਟ ਦੀ ਲੋੜ ਨਹੀਂ ਹੋਵੇਗੀ, ਨਾ ਹੀ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੇ ਨਾ ਹੀ ਬਾਅਦ ਵਿੱਚ। ਇਸ ਦੇ ਵਿੱਚ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ, ਪਰ ਇੱਥੇ ਇਹ ਵੀ ਦੱਸ ਦਈਏ ਕਿ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਹੋਏ ਉਹਨਾਂ ਦੇ ਵਾਸਤੇ ਉਹ ਹਦਾਇਤਾਂ ਕੁਝ ਉਸੇ ਤਰ੍ਹਾਂ ਨੇ ਕਿ ਸਿਰਫ ਜਿਹੜੇ PR ਨੇ ਤੇ ਸਿਟੀਜ਼ਨ ਨੇ ਉਹੀ ਆ ਸਕਦੇ ਨੇ ਕੈਨੇਡਾ ਵਿੱਚ, ਪਰ PCR ਕੋਵਿਡ-19 ਦਾ ਟੈਸਟ ਜਿਸ ਦੀ ਨੈਗੇਟਿਵ ਰਿਪੋਰਟ ਦੇਖੀ ਜਾਵੇਗੀ ਤੇ ਕੈਨੇਡਾ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਦਾ ਟੈਸਟ ਹੋਵੇਗਾ ਤੇ ਉਹਨਾਂ ਨੂੰ ਰਿਪੋਰਟ ਆਉਣ ਤੱਕ ਕੁਆਰੰਟਾਈਨ ਵੀ ਕਰਨਾ ਪਵੇਗਾ। ਕੁਝ ਉਸੇ ਤਰ੍ਹਾਂ ਨੇ ਇਹ ਹਦਾਇਤਾਂ ਜਿਵੇਂ ਪਹਿਲਾਂ ਹੁੰਦੀਆਂ ਸੀ, ਪਰ ਜਿਹੜੇ ਕਿ ਫੁੱਲੀ ਵੈਕਸੀਨੇਟਡ ਨੇ ਉਹਨਾਂ ਦੇ ਵਾਸਤੇ ਹਦਾਇਤਾਂ ਵਿੱਚ ਢਿੱਲ ਹੋਵੇਗੀ। ਜੇਕਰ ਇਸ ਦੇ ਉੱਤੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਤੇ ਹੁਣ ਅੱਗੇ ਤੁਹਾਨੂੰ ਇੱਕ ਰਿਪੋਰਟ ਦੇ ਵਿੱਚ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਜੋ ਓਨਟਾਰੀਓ ਵਿੱਚ 4 ਅਪ੍ਰੈਲ ਤੋਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਤਾਂ ਰਾਜਧਾਨੀ ਓਟਵਾ ਦੇ ਕਾਮਿਆਂ ਦੇ ਵਾਸਤੇ ਵੀ ਕੀ ਕਿਹਾ ਗਿਆ ਹੈ। ਜਿਵੇਂ ਕਿ ਓਨਟਾਰੀਓ ਵਿੱਚ ਸਰਕਾਰੀ ਕਾਮਿਆਂ ਵਾਸਤੇ 4 ਅਪ੍ਰੈਲ ਤੋਂ ਇਹ ਲਾਗੂ ਹੋ ਰਿਹਾ ਹੈ ਕਿ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦਿਖਾਉਣ ਦੀ ਕਿਤੇ ਲੋੜ ਨਹੀਂ ਪਵੇਗੀ। ਤਾਂ ਕੁਝ ਉਸੇ ਤਰ੍ਹਾਂ ਸਿਟੀ ਆਫ ਓਟਵਾ ਨੇ ਵੀ ਇਸ ਦੇ ਬਾਰੇ ਐਲਾਨ ਕੀਤਾ ਹੈ ਕਿ ਜੋ ਉਹਨਾਂ ਦੇ ਕਾਮੇ ਨੇ ਉਹਨਾਂ ਨੂੰ 4 ਅਪ੍ਰੈਲ ਤੋਂ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਪਵੇਗੀ, ਜਿਸ ਪਾਲਿਸੀ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਜਿਵੇਂ ਹੀ ਇਹ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਨਾਲ ਹੀ ਕਈ ਅਜਿਹੇ ਕਾਮੇ ਜਿਨ੍ਹਾਂ ਨੇ ਟੀਕੇ ਨਹੀਂ ਸੀ ਲਗਵਾਏ ਹੋਏ ਤੇ ਜੋ ਪਹਿਲਾਂ ਲਾਜ਼ਮੀ ਕੀਤੇ ਗਏ ਸੀ ਟੀਕੇ ਲਗਾਉਣੇ ਤਾਂ ਉਸ ਮੌਕੇ ਕੰਮ ਤੋਂ ਚਲੇ ਗਏ ਸੀ ਤੇ ਦੁਬਾਰਾ ਹੁਣ ਉਹ ਕੰਮ ਦੇ ਉੱਤੇ ਆ ਸਕਣਗੇ।
ਜਿਸ ਦੇ ਵਿੱਚ ਜਦੋਂ ਸਤੰਬਰ ਮਹੀਨੇ ਇਸ ਪਾਲਿਸੀ ਦਾ ਐਲਾਨ ਕੀਤਾ ਗਿਆ ਸੀ ਤੇ 15 ਨਵੰਬਰ ਤੱਕ ਦਾ ਸਮਾਂ ਸਾਲ 2021 ਵਿੱਚ ਦਿੱਤਾ ਗਿਆ ਸੀ ਕਿ ਕਾਮੇ 2 ਡੋਜ਼ਸ ਕੋਵਿਡ-19 ਦੇ ਟੀਕੇ ਦੇ ਲਗਵਾ ਲੈਣ, ਨਹੀਂ ਤਾਂ ਉਹਨਾਂ ਨੂੰ ਕੰਮ ਛੱਡਣਾ ਪਵੇਗਾ। ਪਰ ਹੁਣ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਹੋਏ ਉਹ ਵਾਪਸ ਕੰਮਾਂ ਦੇ ਉੱਤੇ ਆ ਸਕਦੇ ਨੇ ਤੇ ਕੁਝ ਇਸੇ ਤਰ੍ਹਾਂ ਕੈਨੇਡਾ ਭਰ ਵਿੱਚ ਵੱਖੋ-ਵੱਖਰੇ ਸੂਬੇ ਇਹਨਾਂ ਫੈਸਲਿਆਂ ਨੂੰ ਲਾਗੂ ਕਰ ਰਹੇ ਨੇ। ਸਿਰਫ ਕੁਝ ਅਜਿਹੇ ਵਿਭਾਗ ਜਾਂ ਅਦਾਰੇ ਨੇ ਜਿੱਥੇ ਕਿ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਹਜੇ ਵੀ ਲਾਜ਼ਮੀ ਹੋਵੇਗਾ, ਜਿਵੇਂ ਕਿ ਜੋ ਪੈਰਾਮੈਡਿਕਸ ਨੇ ਜਾਂ ਫਿਰ ਉਹ ਕੰਮ ਨੇ ਜੋ ਕਿ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਕੰਮ ਕਰਦੇ ਨੇ, ਸ਼ੈਲਟਰਸ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਵਾਸਤੇ ਹਜੇ ਵੀ ਲਾਜ਼ਮੀ ਹੈ ਕਿ ਕੋਵਿਡ-19 ਦੇ ਟੀਕੇ ਲਗਵਾਉਣ। ਪਰ ਜਿਵੇਂ ਕਿ ਓਨਟਾਰੀਓ ਵਿੱਚ ਤਾਂ ਉਸੇ ਤਰ੍ਹਾਂ ਸਿਟੀ ਆਫ ਆਟਵਾ ਦੇ ਵੱਲੋਂ ਇਹ ਪਾਲਿਸੀ 4 ਅਪ੍ਰੈਲ ਤੋਂ ਖਤਮ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਸਿਟੀ ਦਾ 600 ਦੇ ਨੇੜੇ ਸਟਾਫ ਅਜਿਹਾ ਸੀ ਜੋ ਕਿ ਛੁੱਟੀ ਦੇ ਉੱਤੇ ਚੱਲਿਆ ਗਿਆ ਸੀ ਕਿਉਂਕਿ ਕੋਵਿਡ-19 ਦੇ ਟੀਕੇ ਉਹਨਾਂ ਨੇ ਨਹੀਂ ਸੀ ਲਗਵਾਏ ਹੋਏ ਜਾਂ ਫਿਰ ਉਹ ਟੀਕੇ ਲੱਗੇ ਹੋਣ ਦਾ ਸਬੂਤ ਨਹੀਂ ਸੀ ਦਿਖਾਉਣਾ ਚਾਹੁੰਦੇ। ਬਿਨਾਂ ਤਨਖਾਹ ਤੋਂ ਛੁੱਟੀ ਦੇ ਉੱਤੇ ਸਟਾਫ ਭੇਜਿਆ ਗਿਆ ਸੀ ਜੋ ਕਿ ਹੁਣ ਵਾਪਸ ਆ ਸਕਦਾ ਹੈ। ਇਹ ਰਿਪੋਰਟ ਉਸ ਜਾਣਕਾਰੀ ਦੇ ਆਧਾਰ ਦੇ ਉੱਤੇ ਸੀ ਜੋ ਸਿਟੀ ਆਫ ਆਟਵਾ ਨੇ ਸਾਂਝੀ ਕੀਤੀ ਆਪਣੇ ਕਾਮਿਆਂ ਦੇ ਵਾਸਤੇ। ਹੁਣ ਰੁਖ ਅਗਲੀ ਖਬਰ ਦੇ ਵੱਲ, ਜਿਵੇਂ ਕਿ ਕੈਨੇਡਾ ਭਰ ਵਿੱਚ ਵੱਖੋ-ਵੱਖਰੇ ਸੂਬਿਆਂ ਦੇ ਲਈ ਨਸ਼ੇ ਦੀ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਦੀ ਜੋ ਵੱਧ ਰਹੀ ਗਿਣਤੀ ਉਹ ਵੱਡੀ ਚੁਣੌਤੀ ਬਣੀ ਹੋਈ ਹੈ। ਕੁਝ ਇਸੇ ਤਰ੍ਹਾਂ ਐਲਬਰਟਾ ਦੇ ਵਿੱਚ ਵੀ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ, ਪਿਛਲੇ ਸਾਰੇ ਰਿਕਾਰਡ ਇਸ ਨਾਲ ਟੁੱਟ ਗਏ ਨੇ। ਨਸ਼ੇ ਦੀ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜੋ ਕਿ ਸਾਲ 2021 ਦੇ ਅੰਕੜੇ ਸਾਹਮਣੇ ਆ ਰਹੇ ਨੇ ਉਸ ਤੋਂ ਸਾਹਮਣੇ ਆਉਂਦਾ ਹੈ। ਕੈਨੇਡਾ ਭਰ ਵਿੱਚ ਵੱਖੋ-ਵੱਖਰੇ ਸੂਬਿਆਂ ਦੇ ਅੰਦਰ ਇੱਕ ਵੱਡੀ ਪਰੇਸ਼ਾਨੀ ਹੈ। ਐਲਬਰਟਾ ਤੋਂ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਸ ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ ਨੇ ਕਿ ਸਾਲ 2021 ਦੇ ਅੰਦਰ ਐਲਬਰਟਾ ਦੇ ਵਿੱਚ 1758 ਮੌਤਾਂ ਹੋਈਆਂ ਜੋ ਕਿ ਨਸ਼ੇ ਦੀ ਓਵਰਡੋਜ਼ ਕਰਕੇ ਹੋਈਆਂ ਨੇ। ਜੋ ਵੀਰਵਾਰ ਨੂੰ ਸੂਬੇ ਨੇ ਇਹ ਅੰਕੜੇ ਸਾਂਝੇ ਕੀਤੇ ਨੇ ਉਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਨਵੰਬਰ ਤੇ ਦਸੰਬਰ ਮਹੀਨੇ ਦੇ ਵਿੱਚ ਹੀ ਸੂਬੇ ਅੰਦਰ 176 ਮੌਤਾਂ ਹੋਈਆਂ ਜੋ ਕਿ ਨਸ਼ੇ ਦੀ ਓਵਰਡੋਜ਼ ਕਰਕੇ ਹੋਈਆਂ ਤੇ ਸਭ ਤੋਂ ਜ਼ਿਆਦਾ ਨਸ਼ੇ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਕੈਲਗਰੀ ਤੇ ਐਡਮੰਟਨ ਤੋਂ ਸਾਹਮਣੇ ਆਈ ਹੈ ਤੇ ਆਖਰੀ 2 ਮਹੀਨਿਆਂ ਵਿੱਚ ਇਹ ਗਿਣਤੀ ਲੈਥਬ੍ਰਿਜ ਤੋਂ ਕਾਫੀ ਜ਼ਿਆਦਾ ਸੀ, ਜਿਸ ਦੇ ਬਾਰੇ ਤਾਜ਼ਾ ਅੰਕੜੇ ਸੂਬੇ ਨੇ ਸਾਂਝੇ ਕੀਤੇ ਨੇ, ਜਿਸ ਦੇ ਨਾਲ ਹੀ ਕਈ ਚੁਣੌਤੀਆਂ ਸਾਹਮਣੇ ਜੋ ਆ ਰਹੀਆਂ ਨੇ ਉਸ ਦੇ ਬਾਰੇ ਵੀ ਜਾਣਕਾਰੀ ਜਨਤਕ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਸ ਦੇ ਉੱਤੇ ਅੱਗੇ ਹੁਣ ਕਦਮ ਚੁੱਕੇ ਜਾਣਗੇ, ਰਣਨੀਤੀ ਬਣਾਈ ਜਾਵੇਗੀ ਕਿ ਨਸ਼ੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇ, ਕਿ ਇਸ ਦੇ ਉੱਤੇ ਕਾਬੂ ਪਾਇਆ ਜਾ ਸਕੇ ਤੇ ਇਹ ਰਣਨੀਤੀ ਤਾਜ਼ਾ ਸਾਹਮਣੇ ਆਏ ਅੰਕੜਿਆਂ ਦੇ ਉੱਤੇ ਨਿਰਭਰ ਕਰੇਗੀ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਵਿੱਚ ਓਕਾਨਾਗਨ ਖੇਤਰ ਵਿੱਚ RCMP ਨੇ ਗ੍ਰਿਫਤਾਰੀ ਕੀਤੀ ਹੈ ਨਸ਼ਾ ਤਸਕਰੀ ਦਾ ਜੋ ਮਾਮਲਾ ਹੈ ਉਸ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਦੇ ਓਕਾਨਾਗਨ ਵਿੱਚ ਕਈ ਹਫ਼ਤੇ ਚੱਲੀ ਜਾਂਚ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਉਮਰ 31 ਸਾਲ ਹੈ, ਜੋ ਕਿ ਗੈਰ ਕਾਨੂੰਨੀ ਨਸ਼ੇ ਦੀ ਤਸਕਰੀ ਕਰਦਾ ਸੀ ਡਾਊਨਟਾਊਨ ਪੈਂਟਿੰਗਟਨ ਦੇ ਵਿੱਚ, ਜਿਸ ਦੀ ਕਿ ਮਾਰਚ 1 ਨੂੰ ਗ੍ਰਿਫਤਾਰੀ ਹੋਈ। ਪੁਲਿਸ ਨੇ ਉਸ ਦੇ ਘਰ ਵਾਸਤੇ ਵੀ ਸਰਚ ਵਾਰੰਟ ਕੱਢੇ। ਜਾਂਚ ਟੀਮ ਨੂੰ ਉਸ ਦੇ ਘਰ ਵਿੱਚੋਂ 90 ਅਜਿਹੇ ਪੈਕੇਜ ਮਿਲੇ ਜਿਨ੍ਹਾਂ ਵਿੱਚ ਫੈਂਟਨਲ ਸੀ ਤੇ $1300 ਦੇ ਕਰੀਬ ਦੀ ਮੈਥਮਫੈਟਾਮਾਈਨ ਮਿਲੀ। ਪੁਲਿਸ ਦਾ ਕਹਿਣਾ ਹੈ ਕਿ $3200 ਤੱਕ ਦੇ ਨਸ਼ੇ ਉਸ ਦੇ ਘਰ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ, ਜਿਸ ਦੇ ਸਬੂਤ ਮਿਲੇ ਨੇ ਕਿ ਉਹ ਨਸ਼ਾ ਤਸਕਰੀ ਕਰਦਾ ਸੀ ਤੇ ਕੁਝ ਇਸੇ ਤਰ੍ਹਾਂ ਪੈਕੇਜ ਬਣਾਏ ਗਏ ਸਨ ਜੋ ਨਸ਼ਾ ਤਸਕਰੀ ਦੇ ਵਾਸਤੇ ਵਰਤੇ ਜਾਂਦੇ ਨੇ। ਇਸ ਵਿਅਕਤੀ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ, ਸਿਰਫ ਉਸ ਦੀ ਉਮਰ ਦੱਸੀ ਗਈ ਹੈ। ਫਿਲਹਾਲ ਇਹ ਮਾਮਲਾ ਹੁਣ ਅਦਾਲਤ ਵਿੱਚ ਚੱਲੇਗਾ, ਜਿਸ ਦੇ ਉੱਤੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਪਹਿਲਾਂ ਹੀ ਦਰਜ ਕਰ ਦਿੱਤੇ ਗਏ ਨੇ। ਇੱਥੇ ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ ਤੇ ਪਿਛਲੇ ਸਾਲ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਮੌਤਾਂ ਹੋਈਆਂ ਨੇ ਨਸ਼ੇ ਦੇ ਕਰਕੇ ਤੇ ਇਸ ਸਾਲ ਦੇ ਵੀ ਪਹਿਲੇ ਮਹੀਨੇ ਤੋਂ ਇਹ ਗਿਣਤੀ ਕੁਝ ਉਸੇ ਤਰ੍ਹਾਂ ਸਾਹਮਣੇ ਆਉਣੀ ਸ਼ੁਰੂ ਹੋ ਗਈ ਤੇ ਜਿਸ ਦੇ ਉੱਤੇ ਨਕੇਲ ਪਾਉਣ ਦੇ ਵਾਸਤੇ ਅਧਿਕਾਰੀਆਂ ਦੇ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਲਗਾਤਾਰ ਕਾਬੂ ਵੀ ਕੀਤਾ ਜਾ ਰਿਹਾ ਹੈ। ਸਾਲ 2021 ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਜੋ ਮੌਤਾਂ ਹੋਈਆਂ ਨੇ ਉਹਨਾਂ ਵਿੱਚ 84% ਮੌਤਾਂ ਦੀ ਗਿਣਤੀ ਅਜਿਹੀ ਸੀ ਜਿਸ ਦੇ ਵਿੱਚ ਵਿਅਕਤੀਆਂ ਦੀ ਇਸ ਕਰਕੇ ਜਾਨ ਗਈ ਕਿਉਂਕਿ ਉਹ ਫੈਂਟਨਲ ਦੀ ਓਵਰਡੋਜ਼ ਕਰ ਚੁੱਕੇ ਸਨ ਤੇ ਇਸ ਦੇ ਨਾਲ ਹੀ ਗੈਰ ਕਾਨੂੰਨੀ ਨਸ਼ੇ ਜਿਵੇਂ ਕਿ ਕੋਕੇਨ, ਮੈਥਮਫੈਟਾਮਾਈਨ ਤੇ ਹੋਰ ਸਿੰਥੈਟਿਕ ਨਸ਼ੇ ਜਿਨ੍ਹਾਂ ਦੇ ਕਰਕੇ ਇਹ ਮਾਮਲੇ ਸਾਹਮਣੇ ਆਏ ਨੇ ਕਿ ਓਵਰਡੋਜ਼ ਦੇ ਕਰਕੇ ਜਾਨਾਂ ਗਈਆਂ ਨੇ। ਅੱਗੇ ਜਾਣਕਾਰੀ ਚ ਐਡਮੰਟਨ ਦੇ ਵਿੱਚ ਇੱਕ ਭੰਗ ਦੇ ਸਟੋਰ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 2 ਗ੍ਰਿਫਤਾਰੀਆਂ ਹੁਣ ਕਰ ਲਈਆਂ ਨੇ, ਜਿਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਐਡਮੰਟਨ ਵਿੱਚ ਇੱਕ ਭੰਗ ਦੇ ਸਟੋਰ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ 2 ਨੌਜਵਾਨਾਂ ਉੱਤੇ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 19 ਸਾਲ ਹੈ
29 ਜਨਵਰੀ ਨੂੰ ਇਹ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਜੈਸਪਰ ਐਵੇਨਿਊ ਕੈਨਬਿਸ ਸ਼ਾਪ ਦੇ ਵਿੱਚ 2 ਜਣੇ ਲੁੱਟ ਕਰਨ ਪਹੁੰਚੇ, ਜਿਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਦੀ ਨੋਕ ਤੇ ਸਟੋਰ 'ਚ ਕੰਮ ਕਰਦੇ ਕਾਮੇ ਨੂੰ ਡਰਾਇਆ ਤੇ ਦੂਜੇ ਨੇ ਚਾਕੂ ਦੇ ਨਾਲ ਡਰਾਇਆ ਤੇ ਨਾਲ ਹੀ ਕਿਹਾ ਕਿ ਭੰਗ ਦੇ ਪ੍ਰੋਡਕਟਸ ਨਾਲ ਉਹ ਇੱਕ ਬੈਗ ਭਰ ਦੇਣ, ਜਿਸ ਤੋਂ ਬਾਅਦ ਉਸ ਬੈਗ ਨੂੰ ਲੈ ਕੇ ਉਹ ਸਟੋਰ ਦੇ ਵਿੱਚੋਂ ਫਰਾਰ ਹੋ ਗਏ। ਇਸ ਮੌਕੇ ਕੋਈ ਵੀ ਜ਼ਖਮੀ ਨਹੀਂ ਸੀ ਹੋਇਆ ਤੇ ਉਸ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਐਡਮਿੰਟਨ ਪੁਲਿਸ ਸਰਵਿਸ ਨੇ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਈ ਥਾਵਾਂ ਦੇ ਉੱਤੇ ਜਾਂਚ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਉਹਨਾਂ ਨੇ 2 ਜਣਿਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਨੇ ਤੇ ਉਹਨਾਂ ਕੋਲੋਂ 2 ਹਥਿਆਰ ਵੀ ਬਰਾਮਦ ਹੋਏ ਨੇ, ਰੌਂਦ ਵੀ ਬਰਾਮਦ ਹੋਏ ਨੇ ਤੇ ਹੋਰ ਸਬੂਤ ਵੀ ਬਰਾਮਦ ਕੀਤੇ ਗਏ ਨੇ ਇਸ ਜਾਂਚ ਦੇ ਦੌਰਾਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਹੀ ਇਸ ਲੁੱਟ ਨੂੰ ਅੰਜਾਮ ਦਿੱਤਾ ਸੀ। ਦੋਵਾਂ ਦੇ ਉੱਤੇ ਹੁਣ ਤੱਕ 8 ਮਾਮਲੇ ਦਰਜ ਕਰ ਦਿੱਤੇ ਗਏ ਨੇ, ਜਿਸ ਦੇ ਵਿੱਚ ਲੁੱਟ ਸਮੇਤ ਧਮਕੀਆਂ ਦੇਣ ਸੰਬੰਧੀ ਵੀ ਮਾਮਲੇ ਸ਼ਾਮਲ ਨੇ। ਹੁਣ ਤੁਹਾਨੂੰ ਦੱਸਾਂਗੇ ਕਿ ਭਾਰਤੀ ਮੂਲ ਦੇ ਵਿਵੇਕ ਸ਼ਰਮਾ ਨਾਮਕ ਵਿਅਕਤੀ, ਜੋ ਕਿ CEO ਸਨ ਫੇਅਰਮੌਂਟ ਹੌਟ ਸਪ੍ਰਿੰਗਸ ਰਿਜ਼ੋਰਟ ਦੇ, ਜੋ ਕੋਲੰਬੀਆ ਵੈਲੀ ਦੇ ਵਿੱਚ ਹੈ, ਇਸ ਅਹੁਦੇ ਤੋਂ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਹੀ ਪਿਆ, ਸਗੋਂ ਨਾਲ ਹੀ ਹੋਰ ਕਈ ਅਹੁਦਿਆਂ ਦੇ ਉੱਤੇ ਉਹ ਮੌਜੂਦ ਸਨ, ਜਿਹੜੇ ਅਹੁਦੇ ਉਹਨਾਂ ਨੂੰ ਛੱਡਣੇ ਪਏ ਨੇ। ਦਰਅਸਲ 9 ਮਾਰਚ ਨੂੰ ਰਿਚਮੰਡ ਦੇ ਵਿੱਚ BC ਟੂਰਿਜ਼ਮ ਤੇ ਹੌਸਪਿਟੈਲਿਟੀ ਦੇ ਵੱਲੋਂ ਇੱਕ ਕਾਨਫਰੰਸ ਕਰਵਾਈ ਜਾ ਰਹੀ ਸੀ। ਉਸ ਕਾਨਫਰੰਸ ਨੂੰ ਜਦੋਂ ਸੰਬੋਧਨ ਕਰ ਰਹੇ ਸਨ, ਪਹਿਲਾਂ ਤਾਂ ਉਹਨਾਂ ਨੇ ਔਰਤਾਂ ਦਾ ਤੇ ਇੰਟਰਨੈਸ਼ਨਲ ਵਿਮਨਸ ਡੇ ਦਾ ਜ਼ਿਕਰ ਕੀਤਾ ਕਿ ਕੌਮਾਂਤਰੀ ਪੱਧਰ ਦੇ ਉੱਤੇ ਮਹਿਲਾ ਦਿਵਸ ਜੋ ਮਨਾਇਆ ਜਾ ਰਿਹਾ ਸੀ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਬੈਠੀਆਂ, ਜੋ ਹਾਲ ਵਿੱਚ ਔਰਤਾਂ ਬੈਠੀਆਂ ਸੀ ਕਾਨਫਰੰਸ ਦੇ ਵਿੱਚ, ਉਹਨਾਂ ਨੂੰ ਇਹ ਕਹਿ ਦਿੱਤਾ, ਗੋ ਕਲੀਨ ਸਮ ਰੂਮਸ ਐਂਡ ਡੂ ਸਮ ਡਿਸ਼ਿਸ, ਯਾਨੀ ਕਿ ਜਾਓ ਕੁਝ ਕਮਰੇ ਸਾਫ਼ ਕਰੋ ਤੇ ਭਾਂਡੇ ਧੋਵੋ। ਆਪਣੇ ਆਪ ਸਭ ਵਿਵੇਕ ਸ਼ਰਮਾ ਨੇ ਇਹ ਮਜ਼ਾਕ ਦੇ ਵਿੱਚ ਕਿਹਾ ਸੀ, ਪਰ ਜਦੋਂ ਉਹਨਾਂ ਨੇ ਕਿਹਾ ਤਾਂ ਉਸ ਤੋਂ ਬਾਅਦ ਕਾਨਫਰੰਸ ਰੂਮ ਦੇ ਵਿੱਚ ਇੱਕਦਮ ਸਨਾਟਾ ਛਾ ਗਿਆ ਤੇ ਉੱਥੇ ਮੌਜੂਦ ਕਈਆਂ ਨੇ ਇਸ ਦੇ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ ਹੈ। CBC ਵੱਲੋਂ ਵੀ ਇਸ ਦੇ ਉੱਤੇ ਇੱਕ ਰਿਪੋਰਟ ਛਾਪੀ ਗਈ ਹੈ, ਜਿਸ ਦੇ ਵਿੱਚ ਵਿਵੇਕ ਸ਼ਰਮਾ ਦੇ ਬਾਰੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਭ ਵਿਰੋਧ ਕੀਤਾ ਗਿਆ ਤੇ ਹਾਲਾਤ ਜਦੋਂ ਦੇਖੇ ਵਿਵੇਕ ਸ਼ਰਮਾ ਨੇ ਤਾਂ ਮੌਕੇ ਦੇ ਉੱਤੇ ਹੀ ਉਸ ਕਾਨਫਰੰਸ ਰੂਮ ਦੇ ਵਿੱਚ ਜਦੋਂ ਸੰਬੋਧਨ ਤੋਂ ਬਾਅਦ ਇਸ ਗੱਲ ਦੇ ਉੱਤੇ ਉਹਨਾਂ ਨੇ ਮੁਆਫੀ ਵੀ ਮੰਗ ਲਈ ਸੀ, ਪਰ ਇਹ ਨਾਕਾਫੀ ਸੀ, ਕਿਉਂਕਿ ਇਸ ਦੇ ਨਾਲ ਕਈਆਂ ਨੂੰ ਬੁਰਾ ਲੱਗਿਆ, ਜਿਸ ਤੋਂ ਬਾਅਦ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ BC ਹੋਟਲ ਐਸੋਸੀਏਸ਼ਨ, ਇਹਨਾਂ ਦੇ ਵਿੱਚ ਵੀ ਜੋ ਬੋਰਡ ਆਫ ਮੈਂਬਰਸ ਦੇ ਵਿੱਚ ਵਿਵੇਕ ਸ਼ਰਮਾ ਦੇ ਅਹੁਦੇ ਸਨ, ਉਸ ਤੋਂ ਅਸਤੀਫਾ ਦੇਣਾ ਪਿਆ ਉਹਨਾਂ ਨੂੰ। ਤੇ ਥਾਮਸਨ ਰਿਵਰਸ ਯੂਨੀਵਰਸਿਟੀਜ਼ ਸਕੂਲ ਐਂਡ ਬਿਜ਼ਨਸ ਐਂਡ ਇਕਨੋਮਿਕਸ, ਇਸ ਵਿਭਾਗ ਦੇ ਸਲਾਹਕਾਰਾਂ ਦੀ ਕੌਂਸਲ ਦਾ ਵੀ ਉਹ ਹਿੱਸਾ ਸਨ, ਜਿਸ ਨੂੰ ਵੀ ਉਹਨਾਂ ਨੇ ਛੱਡ ਦਿੱਤਾ। ਹੁਣ ਅਪਡੇਟ ਸਾਹਮਣੇ ਆ ਰਹੀ ਹੈ, ਵਿਵੇਕ ਸ਼ਰਮਾ ਨੂੰ ਇਸ ਕਾਨਫਰੰਸ ਦੇ ਵਿੱਚ ਇਹ ਬਿਆਨ ਦੇਣਾ ਕਾਫੀ ਮਹਿੰਗਾ ਪੈ ਗਿਆ, ਜੋ ਕਿ ਪਹਿਲਾਂ ਇੱਕ ਹੋਟਲ ਦੇ ਮੈਨੇਜਰ ਸਨ ਤੇ ਫਿਰ ਉਸ ਤੋਂ ਬਾਅਦ ਹੁਣ ਉਹ ਫੇਅਰਮੌਂਟ ਹੌਟ ਸਪ੍ਰਿੰਗਸ ਰਿਜ਼ੋਰਟ ਦੇ CEO ਸਨ, ਜੋ ਹੁਣ ਆਪਣੇ ਅਹੁਦੇ ਤੋਂ ਹੱਥ ਧੋ ਬੈਠੇ ਨੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਵੈਨਕੂਵਰ ਪੁਲਿਸ ਨੇ ਜੋ ਸਾਂਝੀ ਕੀਤੀ ਇੱਕ ਵੀਡੀਓ, ਜਿਸ ਦੇ ਵਿੱਚ ਇੱਕ ਸ਼ੱਕੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਮੰਗਿਆ ਜਾ ਰਿਹਾ ਹੈ, ਜਿਸ ਨੇ ਇੱਕ ਵਿਅਕਤੀ ਦੇ ਉੱਤੇ ਹਮਲਾ ਕੀਤਾ। ਵੈਨਕੂਵਰ ਡਾਊਨਟਾਊਨ ਸਕਾਈਟ੍ਰੇਨ ਸਟੇਸ਼ਨ ਦੀ ਇਸੇ ਮਹੀਨੇ ਦੀ ਇਹ ਵੀਡੀਓ ਹੈ, ਜਿਸ ਦੇ ਵਿੱਚ ਦਿਖਾਈ ਦੇਣ ਵਾਲੇ ਇਸ ਵਿਅਕਤੀ ਨੂੰ ਪੁਲਿਸ ਲੱਭ ਰਹੀ ਹੈ। ਦਰਅਸਲ ਮਾਰਚ 1 ਨੂੰ ਸ਼ਾਮ ਦੇ 5:30 ਵਜੇ ਦਾ ਸਮਾਂ ਸੀ, ਜਦੋਂ 61 ਸਾਲਾ ਵਿਅਕਤੀ, ਜਿਸ ਦੇ ਉੱਤੇ ਹਮਲਾ ਕੀਤਾ ਗਿਆ, ਪਹਿਲਾਂ ਗ੍ਰੈਨਵਿਲ ਸਟਰੀਟ ਦੇ ਉੱਤੇ 2 ਜਣਿਆਂ ਨਾਲ ਗੱਲ ਕਰ ਰਿਹਾ ਸੀ, ਜਿਸ ਤੋਂ ਬਾਅਦ ਜਦੋਂ ਉਹ ਗ੍ਰੈਨਵਿਲ ਸਟਰੀਟ ਸਕਾਈਟ੍ਰੇਨ ਸਟੇਸ਼ਨ ਦੇ ਵਿੱਚ ਜਾਣ ਲੱਗਿਆ ਤਾਂ ਉਸ ਦੇ ਪਿੱਛੇ ਇੱਕ ਵਿਅਕਤੀ ਤੇਜ਼ੀ ਨਾਲ ਆਇਆ ਤੇ ਉਸਨੇ ਪੌੜੀਆਂ ਦੇ ਉੱਤੇ ਆ ਕੇ ਇਸ ਵਿਅਕਤੀ ਨੂੰ ਧੱਕਾ ਦੇ ਦਿੱਤਾ। ਹਮਲਾ ਕਰਨ ਵਾਲੇ ਨੇ ਲੱਤਾਂ ਵੀ ਮਾਰੀਆਂ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਉਸ ਨੂੰ ਰੋਕਿਆ ਤੇ ਉੱਥੇ ਤੋਂ ਚਲਾ ਗਿਆ, ਜਿਸ ਨੂੰ ਹੁਣ ਲੱਭਣ ਦੇ ਵਾਸਤੇ ਸਹਿਯੋਗ ਮੰਗਿਆ ਜਾ ਰਿਹਾ ਹੈ, ਜਿਸ ਦੇ ਉੱਤੇ ਹਮਲਾ ਕੀਤਾ ਗਿਆ। ਜਿਵੇਂ ਕਿ ਉਸ ਦੀ ਉਮਰ 61 ਸਾਲ ਸੀ। ਮੌਕੇ ਦੇ ਉੱਤੇ ਪੈਰਾਮੈਡਿਕਸ ਪਹੁੰਚੇ, ਉਸ ਨੂੰ ਮੌਕੇ ਦੇ ਉੱਤੇ ਹੀ ਇਲਾਜ ਦਿੱਤਾ ਗਿਆ, ਜਿਸ ਤੇ ਥੋੜੀਆਂ ਸੱਟਾਂ ਆਈਆਂ ਸਨ। ਇਸ ਮੌਕੇ ਜਿਸ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ, ਉਸ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ, ਜੋ ਕਿ ਮੂਲ ਨਿਵਾਸੀ ਹੈ। 40 ਸਾਲ ਦੇ ਨੇੜੇ ਉਸ ਦੀ ਉਮਰ ਹੈ, ਜਿਸ ਨੇ ਕਿ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ, ਸਫੇਦ ਟੀ-ਸ਼ਰਟ ਪਾਈ ਹੋਈ ਸੀ, ਨੀਲੀ ਜੀਨ ਪਾਈ ਹੋਈ ਸੀ, ਲਾਲ ਤੇ ਸਫੇਦ ਬਲੂ ਬਾਲ ਕੈਪ ਪਾਈ ਹੋਈ ਸੀ, ਜਿਸ ਨੂੰ ਲੱਭਣ ਦੇ ਵਾਸਤੇ ਪੁਲਿਸ ਨੇ ਸਹਿਯੋਗ ਮੰਗਿਆ। ਜੇਕਰ ਇਸ ਨੂੰ ਕੋਈ ਵੀ ਪਛਾਣਦਾ ਹੋਵੇ ਤਾਂ ਵੈਨਕੂਵਰ ਪੁਲਿਸ ਨਾਲ 604 717 4022 ਦੇ ਉੱਤੇ ਸੰਪਰਕ ਕਰਕੇ ਦੱਸਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।